और प्रभु के वचन के विचों ਅਸੀਂ ਹੁਣ ਅੱਗੇ ਵਧਾਂਗੇ। ਸੋ ਅਸੀਂ ਕੱਲ 31ਵੇਂ ਭਾਵ ਦੇ ਉੱਤੇ ਆ ਗਏ ਹਾਂ। 31ਵੇਂ ਭਾਵ ਦੇ ਵਿੱਚ ਅਸੀਂ ਇਹ ਦੇਖਿਆ ਸੀ ਕਿ ਉਹ ਕਿਸ ਤਰ੍ਹਾਂ ਆਪਣੇ ਫਾਦਰ ਲਾ ਦੇ ਕੋਲੋਂ ਉਹ ਉਸਨੂੰ ਦੌੜਨਾ ਪਿਆ, ਛੁਪ ਕੇ ਦੌੜਨਾ ਪਿਆ। ਸੋ ਆਓ ਅਸੀਂ ਇਸ ਨੂੰ ਪਹਿਲਾਂ 31 ਦੀ ਇੱਕ ਆਇਤ ਤੋਂ ਲੈ ਕੇ ਕੋਈ ਜਾਣਾ 21 ਆਇਤ ਤੱਕ ਪੜ੍ਹੇ, ਫਿਰ ਉਹਦੇ ਵਿੱਚ ਅਸੀਂ ਥੋੜਾ ਜਿਹਾ ਦੇਖਾਂਗੇ, ਫਿਰ ਅਸੀਂ ਅੱਗੇ ਵਧਾਂਗੇ ਪ੍ਰਭੂ ਦੇ ਵਿੱਚ। ਮੈਂ ਪੜ੍ਹ ਦਿੰਦੀ ਪਾਸਟਰ ਜੀ। ਗੋ ਹੈਡ ਮੇਰੀ ਗੱਲ। ਯਾਕੂਬ ਦਾ ਲਾਬਾਨ ਕੋਲੋਂ ਨੱਠਣਾ। ਯਾਕੂਬ ਨੇ ਲਾਬਾਨ ਦੇ ਪੁੱਤਰਾਂ ਨੂੰ ਇਹ ਕਹਿੰਦੇ ਸੁਣਿਆ, ਯਾਕੂਬ ਨੇ ਸਾਡੇ ਪਿਤਾ ਦਾ ਸਭ ਕੁਝ ਸਾਂਭ ਲਿਆ ਹੈ, ਸਾਡੇ ਪਿਤਾ ਦੀ ਜਾਇਦਾਦ ਹੀ ਉਹ ਮਾਲਦਾਰ ਬਣਿਆ ਹੈ। ਯਾਕੂਬ ਨੇ ਇਹ ਵੀ ਦੇਖਿਆ ਕਿ ਲਾਬਾਨ ਵੀ ਉਸਦਾ ਪਹਿਲੇ ਵਾਲਾ ਆਦਰ ਨਹੀਂ ਕਰਦਾ ਹੈ। ਤਦ ਪ੍ਰਭੂ ਨੇ ਯਾਕੂਬ ਨੂੰ ਕਿਹਾ, ਤੂੰ ਆਪਣੇ ਪੁਰਖਿਆਂ ਦੀ ਧਰਤੀ ਤੇ ਆਪਣੇ ਸੰਬੰਧੀਆਂ ਕੋਲ ਵਾਪਸ ਮੁੜ ਜਾ, ਮੈਂ ਤੇਰੇ ਸੰਗ ਹੋਵਾਂਗਾ। ਯਾਕੂਬ ਨੇ ਰਾਖੇਲ ਅਤੇ ਲਿਆ ਨੂੰ ਬਾਹਰ ਮੈਦਾਨ ਵਿੱਚ ਜਿੱਥੇ ਉਸਦਾ ਇੱਜੜ ਸੀ ਸੱਦਿਆ ਅਤੇ ਕਿਹਾ, ਮੈਂ ਦੇਖ ਰਿਹਾ ਹਾਂ ਕਿ ਤੁਹਾਡੇ ਪਿਤਾ ਸਾਹਮਣੇ ਮੇਰਾ ਪਹਿਲੇ ਵਾਲਾ ਆਦਰ ਨਹੀਂ ਰਿਹਾ, ਪਰ ਮੇਰੇ ਪੁਰਖਿਆਂ ਦਾ ਪਰਮੇਸ਼ਵਰ ਮੇਰੇ ਸੰਗ ਰਿਹਾ ਹੈ। ਤੁਸੀਂ ਇਹ ਵੀ ਜਾਣਦੀਆਂ ਹੋ ਕਿ ਮੈਂ ਆਪਣੀ ਪੂਰੀ ਸ਼ਕਤੀ ਨਾਲ ਤੁਹਾਡੇ ਪਿਤਾ ਦੀ ਸੇਵਾ ਕੀਤੀ ਹੈ, ਪਰ ਫਿਰ ਵੀ ਤੁਹਾਡੇ ਪਿਤਾ ਨੇ ਮੈਨੂੰ ਧੋਖਾ ਦਿੱਤਾ ਅਤੇ ਕੋਈ 10 ਵਾਰ ਮੇਰੀ ਮਿਹਨਤ ਬਦਲੀ, ਪਰ ਪਰਮੇਸ਼ਵਰ ਨੇ ਉਸਦੇ ਹੱਥੋਂ ਮੇਰਾ ਬੁਰਾ ਨਾ ਹੋਣ ਦਿੱਤਾ। ਜੇਕਰ ਉਸਨੇ ਕਿਹਾ ਚਿਤਕਬਰੇ ਲੇਲੇ ਤੇਰੇ ਹੋਣਗੇ, ਤਾਂ ਇੱਜੜ ਨੇ ਚਿਤਕਬਰਿਆਂ ਨੂੰ ਹੀ ਜਨਮਿਆ, ਪਰ ਜੇ ਉਸਨੇ ਕਿਹਾ ਡੱਬੇ ਤੇਰੇ ਹੋਣਗੇ, ਤਾਂ ਇੱਜੜ ਨੇ ਡੱਬਿਆਂ ਨੂੰ ਹੀ ਜਨਮਿਆ। ਇਸ ਤਰ੍ਹਾਂ ਪਰਮੇਸ਼ਵਰ ਨੇ ਤੁਹਾਡੇ ਪਿਤਾ ਦਾ ਮਾਲ ਡੰਗਰ ਲੈ ਕੇ ਮੈਨੂੰ ਦੇ ਦਿੱਤਾ। ਇੱਜੜ ਦੇ ਵੱਗ ਵਿੱਚ ਆਉਣ ਸਮੇਂ ਮੈਂ ਇੱਕ ਸੁਪਨਾ ਦੇਖਿਆ ਕਿ ਜੋ ਬੱਕਰੇ ਬੱਕਰੀਆਂ ਨਾਲ ਸੰਗ ਕਰ ਰਹੇ ਹਨ, ਉਹ ਸਭ ਚਿਤਕਬਰੇ, ਡੱਬੇ ਅਤੇ ਧਾਰੀਦਾਰ ਹਨ। ਤਦ ਪ੍ਰਭੂ ਨੇ ਆਪਣੇ ਸਵਰਗ ਦੂਤ ਦੇ ਰਾਹੀਂ ਸੁਪਨੇ ਵਿੱਚ ਹੀ ਮੈਨੂੰ ਕਿਹਾ, ਯਾਕੂਬ। ਮੈਂ ਉੱਤਰ ਦਿੱਤਾ, ਹਾਂ ਪ੍ਰਭੂ ਜੀ। ਉਸਨੇ ਕਿਹਾ, ਸਭ ਬੱਕਰੇ ਜੋ ਬੱਕਰੀਆਂ ਨਾਲ ਸੰਗ ਕਰ ਰਹੇ ਹਨ, ਚਿਤਕਬਰੇ, ਡੱਬੇ ਅਤੇ ਧਾਰੀਦਾਰ ਹਨ। ਜੋ ਲਾਬਾਨ ਨੇ ਤੇਰੇ ਨਾਲ ਕੀਤਾ ਹੈ, ਮੈਂ ਸਭ ਦੇਖਿਆ ਹੈ। ਮੈਂ ਉਹ ਪਰਮੇਸ਼ਵਰ ਹਾਂ ਜੋ ਤੈਨੂੰ ਬੈਤੇਲ ਦੀ ਥਾਂ ਤੇ ਮਿਲਿਆ ਸਾਂ ਅਤੇ ਜਿੱਥੇ ਮੇਰੇ ਨਾਲ ਪ੍ਰਤਿਗਿਆ ਕਰਦੇ ਸਮੇਂ ਤੂੰ ਇੱਕ ਪੱਥਰ ਅਰਪਿਤ ਕੀਤਾ ਸੀ। ਤੂੰ ਹੁਣ ਆਪਣੇ ਜਨਮ ਸਥਾਨ ਨੂੰ ਮੁੜ ਜਾ। ਰਾਖੇਲ ਅਤੇ ਲਿਆ ਨੇ ਉੱਤਰ ਦਿੱਤਾ ਕਿ ਸਾਡੇ ਲਈ ਸਾਡੇ ਪਿਤਾ ਦੇ ਘਰ ਵਿੱਚ ਬਾਕੀ ਕੁਝ ਰਹਿ ਗਿਆ ਹੈ। ਉਸਨੇ ਸਾਡੇ ਨਾਲ ਪਰਾਇਆਂ ਵਾਲਾ ਵਰਤਾਓ ਕੀਤਾ ਹੈ। ਉਸਨੇ ਤਾਂ ਸਾਨੂੰ ਵੇਚ ਦਿੱਤਾ ਤੇ ਸਾਡੇ ਮੁੱਲ ਦੇ ਪੈਸੇ ਨੂੰ ਅੱਜ ਤੱਕ ਖਰਚ ਰਿਹਾ ਹੈ। ਹੁਣ ਜੋ ਕੁਝ ਵੀ ਪਰਮੇਸ਼ਵਰ ਨੇ ਉਸ ਕੋਲੋਂ ਲੈ ਕੇ ਸਾਨੂੰ ਦਿੱਤਾ ਹੈ, ਉਹ ਸਭ ਸਾਡਾ ਤੇ ਸਾਡੇ ਬੱਚਿਆਂ ਦਾ ਹੈ। ਇਸ ਲਈ ਜੋ ਕੁਝ ਪਰਮੇਸ਼ਵਰ ਨੇ ਤੈਨੂੰ ਕਿਹਾ ਹੈ, ਤੂੰ ਉਹੀ ਕਰ। ਸੋ ਯਾਕੂਬ ਨੇ ਆਪਣੇ ਪੁੱਤਰਾਂ ਤੇ ਪਤਨੀਆਂ ਨੂੰ ਊਠਾਂ ਤੇ ਚੜਾ ਦਿੱਤਾ। ਉਸਨੇ ਆਪਣੇ ਸਭ ਪਸ਼ੂਆਂ, ਇੱਜੜ ਅਤੇ ਮਾਲ ਮਤਾ ਜੋ ਉਸਨੇ ਮੈਸੋਪੋਤਮੀਆ, ਪਦਮ ਆਰਾਮ ਵਿੱਚ ਕਮਾਇਆ ਸੀ ਲੈ ਲਿਆ। ਫਿਰ ਉਹ ਆਪਣੇ ਪਿਤਾ ਇਸਹਾਕ ਦੇ ਦੇਸ਼ ਕਨਾਨ ਵੱਲ ਚੱਲ ਪਿਆ। ਰਾਖੇਲ ਨੇ ਆਪਣੇ ਪਿਤਾ ਦੇ ਘਰ ਦੇ ਬੁੱਤਾਂ ਨੂੰ ਚੋਰੀ ਕਰ ਲਿਆ। ਲਾਬਾਨ ਉਸ ਸਮੇਂ ਆਪਣੇ ਭੇਡਾਂ ਦੀ ਉੱਨ ਕੁਤਰਨ ਗਿਆ ਹੋਇਆ ਸੀ। ਯਾਕੂਬ ਨੇ ਆਪਣੇ ਸਹੁਰੇ ਲਾਬਾਨ ਅਰਾਮੀ ਨੂੰ ਆਪਣੇ ਜਾਣ ਬਾਰੇ ਨਹੀਂ ਦੱਸਿਆ ਸੀ। ਉਹ ਇੱਕ ਤਰ੍ਹਾਂ ਨਾਲ ਉੱਥੋਂ ਚੋਰੀ ਨੱਠ ਚੱਲਿਆ ਸੀ। ਉਸਨੇ ਆਪਣਾ ਸਭ ਕੁਝ ਨਾਲ ਲੈ ਲਿਆ ਸੀ। ਉਸਨੇ ਦਰਿਆ ਫਰਾਤ ਨੂੰ ਪਾਰ ਕੀਤਾ ਅਤੇ ਗਿਲਿਆਦ ਦੇ ਪਹਾੜ ਵੱਲ ਚੱਲ ਪਿਆ। ਥੈਂਕ ਯੂ ਸਿਸਟਰ ਜੀ। ਔਰ ਜਿਸ ਲਈ ਹੁਣ ਅਸੀਂ ਇੱਥੇ ਪ੍ਰਭੂ ਦੇ ਬਚਨ ਦੇ ਵਿੱਚ ਦੇਖਦੇ ਪਏ ਹਾਂ, ਅਸੀਂ 1712 ਦੇ ਕਰੀਬ ਪਹੁੰਚ ਚੁੱਕੇ ਹਾਂ, ਜਿਸ ਵੇਲੇ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ, ਕਿਉਂਕਿ ਅਸੀਂ ਪਿੱਛੇ ਨੂੰ ਜਾਂਦੇ ਪਏ ਹਾਂ ਔਰ ਟਾਈਮ ਜਿੱਦਾਂ ਘਟਦਾ ਜਾਂਦਾ। ਜਿਸ ਲਈ ਬਾਈਬਲ ਦੇ ਵਿੱਚ ਅਸੀਂ ਪੜ੍ਹਦੇ ਹੈਗੇ ਹਾਂ, ਸਾਲਾਂ ਨੂੰ ਪੜ੍ਹਦੇ ਹਾਂ, ਤੇ ਕਿਉਂਕਿ ਜਿਹੜਾ ਮਸੀਹ ਦਾ ਜਿਹੜਾ ਸਾਲ ਆ ਉਸ ਨੂੰ ਇੱਕ ਗਿਣਿਆ ਜਾਂਦਾ, ਔਰ ਉਸ ਤੋਂ ਜਿਹੜੇ ਅਸੀਂ ਪਿੱਛੇ ਨੂੰ ਜਾਂਦੇ ਤਾਂ ਸਾਲ ਪਿੱਛੇ ਨੂੰ ਵੱਧਦੇ ਆ, ਤੇ ਦੂਸਰੇ ਪਾਸੇ ਅਸੀਂ ਬੈਠੇ ਹਾਂ ਕਿ ਸਾਲ ਇੱਧਰ ਨੂੰ ਵੱਧਦੇ ਆ। ਸੋ ਮਸੀਹ ਦੇ ਆਉਣ ਤੋਂ ਪਹਿਲਾਂ 1712 ਸਾਲ ਦੇ ਵਿੱਚ ਇਹ ਸਭ ਚੀਜ਼ਾਂ ਹੋ ਰਹੀਆਂ। ਔਰ ਉਸਨੇ ਦੇਖੋ ਕਿ ਪ੍ਰਭੂ ਨੇ ਉਹਨਾਂ ਬੇਟੀਆਂ ਦੇ ਮਨ ਵੀ ਤਿਆਰ ਕਰ ਦਿੱਤੇ ਉਸੇ। ਔਰ ਇਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚੀਜ਼ ਉਹ ਇਹ ਆ ਕਿ ਜਿਸ ਵੇਲੇ ਪ੍ਰਭੂ ਨੇ ਇਹ ਚੀਜ਼ ਕਹੀ ਆ, ਇਹ ਮੇਨ ਚੀਜ਼ ਆ, ਇਹ ਸਾਰੇ ਚੈਪਟਰ ਦੀ ਜਿਹੜੀ ਮੇਨ ਚੀਜ਼ ਆ ਉਹ ਇਹ ਆ ਕਿ 12ਵੀਂ ਆਇਤ 31ਵੇਂ ਭਾਵ ਦੀ 12ਵੀਂ ਆਇਤ, ਦਿਸ ਇਜ਼ ਦਾ ਮੇਨ ਵਰਸ। ਔਰ ਉਸਦੇ ਵਿੱਚ ਉਸਨੇ ਕਿਹਾ ਕਿ ਸਭ ਬੱਕਰੇ ਬੱਕਰੀਆਂ ਦੇ ਨਾਲ ਸੰਗ ਕਰ ਰਹੇ ਹਨ, ਚਿਤਕਬਰੇ, ਡੱਬੇ ਅਤੇ ਧਾਰੀਦਾਰ ਹਨ। ਜੋ ਲਾਬਾਨ ਨੇ ਤੇਰੇ ਨਾਲ ਕੀਤਾ ਹੈ, ਮੈਂ ਸਭ ਦੇਖਿਆ।
मैं सब देखिया। सो देखो प्रभु उन्हां 14 सालां दे विच प्रभु उसदे नाल रहा, क्योंकि प्रभु ने उस तो एक कौम बनानी, उस जिहड़ी कौम, उस कौम नूं इजराइल दा नाम दिता जाना, उस कौम दे विच उस कौम नूं वो धरती दित्ती जानी जो उसने उन्होंने उसके पुरखे दे नाल वादा कीता है, अब्राहम दे नाल वादा कीता है, जिस दी ब्लैसिंग प्रभु ने इसहाक नूं दित्ती। इसहाक तो जिहड़ी ब्लैसिंग सी वो अपने दूसरे मुंडे नूं देना मंगदा सी, पर वो योग नहीं सी। प्रभु ने वो जिहड़ी ब्लैसिंग आ ओह जेकब नूं दुआई, याकूब नूं दुआई। और अगे असीं हुण देखदे पए हां कि वो खाली आया सी, खाली आया सी। और जिसले असीं लबान की गल करते पे हैं, लबान जिहड़ा है वो अब्राहम दा भतीजा है, और उत्थों ओदे नाल ओदे विचों असीं की देखते पे हैं कि ओदे कोल अपने पुरख तैरा जिहड़ा सीगा ओदी जायदाद भी है, नोहा तो लैके जिहड़ी लाइन चली सी ओदे कोल ओ भी है सारा कुछ। अब्राहम तो थोड़ियां बहुतियां भेडां लैके गया सी, और अब्राहम नूं प्रभु ने उत्थे जाके मालदार किया। पर हुण अब्राहम दा जो कुछ सी वो इसहाक सो सी, और इसहाक दा सारा कुछ जिहड़ा सीगा वो जेकब नूं नहीं मिलिया, उसके भरा ईसो नूं मिलिया। एसाऊ दे कोल सारा माल दिता है, सारियां चीजां, वो खाली होके आया है। और प्रभु देखो उसनूं किदां एक बारी फिर बना के उथों वापस लैके आ गए। ईवन जिहड़ा अब्राहम दा भी हक बनदा सी उत्थे, प्रभु ने वो भी जेकब नूं दे दिता। और दूसरी चीज जिहड़ी इहदे विच अगली जिहड़ी चीज आउंदी है, मास्टर जी म्यूट हो गई आवाज थोड़ी है आवाज म्यूट हो गई, जी सुन होई गई? सी हाँ ठीक है जी। अच्छा, सो जिस वेले असीं उस तो अगले स्टैप दे विच जाने पए ना, ते असीं ये देखदे पए हैं कि उस दियां पत्नियां भी ये चीज नूं देखदियां, बेशक अपने बाप नूं प्यार करदियां, बाप भरा है उन्हां दे उत्ते, लेकिन वो भी प्रभु दे काम नूं देखदियां। कि रखेल ते लेआ ने उत्तर दिता कि साडे लई साडे पिता दे घर दे विच बाकी कुछ रह गया है। उसने साडे नाल पराया वाला बर्ताव कीता है, उसने तो सानू बेच दिता अते साडे मुल दे पैसे नूं अज तक खर्च रिहा है। हुण जो कुछ भी परमेश्वर ने उस कोलों लैके सानू दिता है वो सब साडा ते साडे बच्चियां दा है। इसलिए जो कुछ परमेश्वर ने तैनूं किया है तू ओही कर। सो बेशक वो लबान नूं दस्से बगैर उत्थों तुर रहा, अगर दसदा तो उसने जान नहीं सी देना, लेकिन उसने लबान नूं दस्से बगैर उत्थों चला गया। और उसदे विच जिहड़ी एक चीज जिहड़ी बहुत दुख वाली है वो ये आ कि रेचल ने जिहड़े देवते सीगे, मूर्तियां सीगियां घर दे विच, वो नाल लैके तुर पई। That's the worst thing। और ये जिहड़ी चीज आ ਇਹ ਅਸੀਂ ਜਾ ਕੇ ਦੇਖਣਾ ਕਿ ਜਿਹੜਾ ਇਸ ਦਾ ਪੁੱਤਰ ਜਿਹੜਾ ਰੇਚਲ ਦਾ ਪੁੱਤਰ ਬੈਂਜ ਔਰ ਬੈਂਜਮਨ ਦੇ ਕਬੀਲੇ ਦੇ ਵਿੱਚੋਂ ਜਿਹੜਾ ਪੈਦਾ ਹੋਣਾ ਰਾਜਾ ਸਾਊਲ ਹੋਣਾ, ਰਾਜਾ ਸਾਊਲ ਦੇ ਬੇਟੀ ਦੇ ਕੋਲ ਉਹ ਮੂਰਤੀਆਂ ਉਹਨਾਂ ਦੇ ਘਰ ਦੇ ਵਿੱਚ, ਘਰ ਦੇ ਦੇਵੀ ਦੇਵਤੇ ਉਹਨਾਂ ਦੇ ਘਰ ਚ ਪਾਏ। सो आओ हुण असीं इस नूं अगे देखिए। और ये जिहड़ा चैप्टर असीं 22 आयत तो लैके हुण असीं 42 आयत तक पढ़ांगे, जिस नूं मिल जाए उस नूं मैं पढ़ना दासू जी। और फिर मेरा भी याकूब दा पनील दी थां ते घोल। ਉਸੇ ਰਾਤ ਯਾਕੂਬ ਨੇ ਆਪਣੀਆਂ ਦੋਹਾਂ ਪਤਨੀਆਂ, ਦੋਹਾਂ ਦਾਸੀਆਂ ਅਤੇ ਆਪਣੇ 11 ਬੱਚਿਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਯਾਬੋਕ ਦਰਿਆ ਪਾਰ ਕਰਵਾਇਆ। ਉਸਨੇ ਉਹਨਾਂ ਨੂੰ ਦਰਿਆ ਦੇ ਦੂਜੇ ਕੰਢੇ ਤੇ ਪਹੁੰਚਾ ਕੇ ਆਪਣਾ ਸਭ ਮਾਲ ਅਸਬਾਬ ਵੀ ਦੂਜੇ ਪਾਸੇ ਕਰ ਦਿੱਤਾ। ਉਹ ਆਪ ਇਕੱਲਾ ਹੀ ਉੱਥੇ ਰਹਿ ਗਿਆ। ਉਸ ਰਾਤ ਉੱਤੇ ਇੱਕ ਆਦਮੀ ਯਾਕੂਬ ਨਾਲ ਦਿਨ ਚੜ੍ਹਦੇ ਤੱਕ ਘੁਲਦਾ ਰਿਹਾ।
ਪਰ ਜਦੋਂ ਉਸ ਆਦਮੀ ਨੇ ਦੇਖਿਆ ਕਿ ਉਹ ਯਾਕੂਬ ਪੜ੍ਹਦੇ ਪਏ ਆ ਬ੍ਰਦਰ ਜੀ, ਜੀ 22 ਆਇਤ ਤੋਂ ਲੈ ਕੇ 22 ਤੋਂ ਅਸੀਂ 31 ਵਿੱਚ Oh, 31, sorry. I'm doing 32. My bad. Okay, ਲਾਬਾਨ ਯਾਕੂਬ ਦਾ ਪਿੱਛਾ ਕਰਦਾ ਹੈ। Sorry about that. ਲਾਬਾਨ ਨੂੰ ਯਾਕੂਬ ਦੇ ਚਲੇ ਜਾਣ ਦੇ ਬਾਰੇ ਤੀਜੇ ਦਿਨ ਪਤਾ ਲੱਗਾ ਕਿ ਉਹ ਨੱਠ ਗਿਆ ਹੈ। ਤਦ ਲਾਬਾਨ ਨੇ ਆਪਣੇ ਸੰਬੰਧੀਆਂ ਨੂੰ ਨਾਲ ਲੈ ਕੇ 7 ਦਿਨਾਂ ਤੱਕ ਗਿਲਿਆਦ ਦੇ ਪਹਾੜਾਂ ਤੱਕ ਯਾਕੂਬ ਦਾ ਪਿੱਛਾ ਕੀਤਾ। ਪਰ ਪਰਮੇਸ਼ਵਰ ਨੇ ਲਾਬਾਨ ਅਰਾਮੀ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ, ਖਬਰਦਾਰ ਯਾਕੂਬ ਨੂੰ ਕੋਈ ਮੰਦਾ ਚੰਗਾ ਸ਼ਬਦ ਨਾ ਕਹਿਣਾ। ਸੋ ਲਾਬਾਨ ਯਾਕੂਬ ਕੋਲ ਪਹੁੰਚ ਗਿਆ। ਯਾਕੂਬ ਨੇ ਆਪਣੇ ਤੰਬੂ ਪਹਾੜ ਦੇ ਉੱਤੇ ਲਾਏ ਹੋਏ ਸਨ ਅਤੇ ਲਾਬਾਨ ਨੇ ਪਹਾੜ ਦੇ ਹੇਠਲੇ ਕੰਢੇ ਤੇ। ਲਾਬਾਨ ਨੇ ਯਾਕੂਬ ਨੂੰ ਕਿਹਾ, ਤੂੰ ਮੈਨੂੰ ਕਿਉਂ ਧੋਖਾ ਦਿੱਤਾ? ਤੂੰ ਮੇਰੀਆਂ ਪੁੱਤਰੀਆਂ ਨੂੰ ਬੰਦੀਆਂ ਦੇ ਵਾਂਗ ਕਿਉਂ ਲੈ ਆਇਆ? ਤੂੰ ਲੁਕ ਕੇ ਕਿਉਂ ਨੱਠਿਆ? ਤੂੰ ਮੈਨੂੰ ਠਗਿਆ ਅਤੇ ਮੈਨੂੰ ਬਿਨਾਂ ਦੱਸਿਆ ਚਲਾ ਆਇਆ ਹੈ। ਪਤਾ ਚੱਲਣ ਤੇ ਮੈਂ ਤੈਨੂੰ ਵਾਜਿਆਂ ਗਾਜਿਆਂ ਨਾਲ ਖੁਸ਼ੀ ਦੇ ਗੀਤ ਗਾਉਂਦਿਆਂ ਘੱਲ ਸਕਦਾ ਸਾਂ। ਤੂੰ ਮੈਨੂੰ ਆਪਣੀਆਂ ਪੁੱਤਰੀਆਂ ਅਤੇ ਦੋਤੇ ਦੋਤੀਆਂ ਤੱਕ ਨੂੰ ਪਿਆਰ ਵੀ ਨਾ ਕਰਨ ਦਿੱਤਾ। ਮੈਂ ਤੇਰਾ ਇਸ ਸਭ ਦੇ ਬਦਲੇ ਵਿੱਚ ਨੁਕਸਾਨ ਕਰ ਸਕਦਾ ਸਾਂ, ਪਰ ਤੇਰੇ ਪੁਰਖਿਆਂ ਦੇ ਪਰਮੇਸ਼ਵਰ ਨੇ ਰਾਤ ਦੇ ਵੇਲੇ ਸੁਪਨੇ ਵਿੱਚ ਮੈਨੂੰ ਦਰਸ਼ਨ ਦੇ ਕੇ ਇਹ ਕਿਹਾ ਹੈ, ਖਬਰਦਾਰ ਯਾਕੂਬ ਨੂੰ ਕੋਈ ਮੰਦਾ ਚੰਗਾ ਸ਼ਬਦ ਨਾ ਕਹਿਣਾ। ਮੈਂ ਜਾਣਦਾ ਹਾਂ ਕਿ ਤੂੰ ਆਪਣੇ ਘਰ ਜਾਣਾ ਚਾਹੁੰਦਾ ਸੀ, ਪਰ ਤੂੰ ਮੇਰੇ ਬੁੱਤ ਕਿਉਂ ਚੁਰਾ ਲਿਆਂਦੇ ਹਨ? ਯਾਕੂਬ ਨੇ ਉੱਤਰ ਦਿੱਤਾ, ਕਿਉਂਕਿ ਮੈਂ ਡਰ ਗਿਆ ਸਾਂ। ਮੈਂ ਸੋਚਦਾ ਸਾਂ ਕਿ ਤੁਸੀਂ ਮੇਰੇ ਤੋਂ ਆਪਣੀਆਂ ਧੀਆਂ ਖੋਹ ਲਵੋਗੇ, ਪਰ ਜਿਸ ਕਿਸੇ ਕੋਲੋਂ ਵੀ ਤੁਹਾਡੇ ਬੁੱਤ ਨਿਕਲਣ ਉਹ ਜਾਨੋਂ ਮਾਰ ਦਿੱਤਾ ਜਾਵੇ। ਇੱਥੇ ਆਪਣੇ ਸਾਕ ਸੰਬੰਧੀਆਂ ਦੇ ਸਾਹਮਣੇ ਦੱਸ, ਜੋ ਕੁਝ ਮੇਰੇ ਕੋਲ ਤੁਹਾਡਾ ਹੈ ਤੁਸੀਂ ਵਾਪਸ ਲੈ ਸਕਦੇ ਹੋ। ਯਾਕੂਬ ਨੂੰ ਇਹ ਪਤਾ ਨਹੀਂ ਸੀ ਕਿ ਰਾਖੇਲ ਨੇ ਬੁੱਤ ਚੋਰੀ ਕੀਤੇ ਹਨ। ਲਾਬਾਨ ਨੇ ਯਾਕੂਬ ਦਾ ਤੰਬੂ, ਲਿਆ ਦਾ ਤੰਬੂ ਅਤੇ ਦੋਹਾਂ ਦਾਸੀਆਂ ਦੇ ਤੰਬੂ ਖੋਲੇ, ਪਰ ਉਸਨੂੰ ਕੁਝ ਨਾ ਮਿਲਿਆ। ਫਿਰ ਉਹ ਲਿਆ ਦੇ ਤੰਬੂ ਵਿੱਚੋਂ ਰਾਖੇਲ ਦੇ ਤੰਬੂ ਵਿੱਚ ਆਇਆ। ਰਾਖੇਲ ਉਹ ਘਰੇਲੂ ਬੁੱਤ ਚੁਰਾ ਕੇ ਊਠ ਦੀ ਕਾਠੀ ਵਿੱਚ ਲੁਕਾ ਰੱਖੇ ਸਨ, ਜਿਸ ਤੇ ਉਹ ਆਪ ਬੈਠੀ ਹੋਈ ਸੀ। ਲਾਬਾਨ ਨੇ ਉਸਦਾ ਵੀ ਸਾਰਾ ਤੰਬੂ ਖੋਲਿਆ, ਪਰ ਉਸਨੂੰ ਕੁਝ ਨਾ ਲੱਭਾ। ਰਾਖੇਲ ਨੇ ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ ਬੁਰਾ ਨਾ ਮਨਾਉਣਾ, ਮੈਂ ਤੁਹਾਡੇ ਸਾਹਮਣੇ ਉੱਠੀ ਨਹੀਂ ਹਾਂ, ਕਿਉਂਕਿ ਮੈਨੂੰ ਮਹਾਂਵਾਰੀ ਆਈ ਹੋਈ ਹੈ। ਸੋ ਲਾਬਾਨ ਨੇ ਸਭ ਕੁਝ ਦੇਖਿਆ, ਪਰ ਉਸਨੂੰ ਬੁੱਤ ਨਾ ਮਿਲੇ। ਫਸਟ ਵੀ ਐਂਡ ਤੇ ਪੜ੍ਹਨਾ ਹੈ। ਹਾਂ ਬਤਾ ਦਿੱਤੇ। ਓਕੇ, ਠੀਕ ਹੈ। ਤਦ ਯਾਕੂਬ ਦਾ ਗੁੱਸਾ ਭੜਕ ਉੱਠਿਆ ਤੇ ਉਸਨੇ ਗੁੱਸੇ ਵਿੱਚ ਹੀ ਲਾਬਾਨ ਨੂੰ ਕਿਹਾ, ਮੇਰਾ ਅਪਰਾਧ ਕੀ ਹੈ? ਮੈਂ ਤੇਰੇ ਵਿਰੁੱਧ ਕਿਹੜਾ ਪਾਪ ਕੀਤਾ ਹੈ? ਤੂੰ ਮੇਰਾ ਕਿਉਂ ਪਿੱਛਾ ਕੀਤਾ? ਤੂੰ ਮੇਰਾ ਸਾਰਾ ਮਾਲ ਮਤਾ ਫੋਲ ਲਿਆ ਹੈ, ਪਰ ਕੀ ਕੋਈ ਚੀਜ਼ ਤੈਨੂੰ ਲੱਭੀ ਹੈ ਜੋ ਤੇਰੀ ਹੈ? ਜੇਕਰ ਕੋਈ ਤੇਰੀ ਚੀਜ਼ ਹੈ ਤਾਂ ਇੱਥੇ ਸਾਹਮਣੇ ਰੱਖ ਕੇ ਤੇਰੇ ਅਤੇ ਮੇਰੇ ਆਦਮੀ ਦੇਖਣ ਅਤੇ ਸਾਡੇ ਦੋਹਾਂ ਦਾ ਫੈਸਲਾ ਕਰਨ। ਮੈਂ ਤੇਰੇ ਨਾਲ ਪੂਰੇ 20 ਸਾਲ ਰਿਹਾ। ਇਸ ਪੂਰੇ ਸਮੇਂ ਵਿੱਚ ਤੇਰਾ ਕੋਈ ਜਾਨਵਰ ਛੁਆਇਆ ਤੱਕ ਨਾ ਹੀ ਮੈਂ ਤੇਰੇ ਕਿਸੇ ਲੇਲੇ ਤੱਕ ਨੂੰ ਹੱਥ ਲਾਇਆ। ਮੈਂ ਤੇਰਾ ਹਰ ਘਾਟਾ ਪੂਰਾ ਕੀਤਾ, ਚਾਹੇ ਤੇਰੇ ਕਿਸੇ ਜਾਨਵਰ ਦੀ ਚੋਰੀ ਰਾਤ ਨੂੰ ਹੋਈ ਜਾਂ ਦਿਨ ਨੂੰ, ਪਰ ਤੂੰ ਮੇਰੇ ਤੋਂ ਹੀ ਪੂਰਾ ਕੀਤਾ। ਮੈਂ ਦਿਨ ਦੀ ਤਪਦੀ ਗਰਮੀ ਵਿੱਚ ਅਤੇ ਰਾਤ ਦੇ ਠੰਡੇ ਪਾਲੇ ਦੀ ਪਰਵਾਹ ਤੱਕ ਨਾ ਕਰਦਿਆਂ ਤੇਰੀ ਸੇਵਾ ਕੀਤੀ। ਮੇਰੀਆਂ ਅੱਖਾਂ ਤੱਕ ਦੀ ਨੀਂਦ ਵੀ ਮੇਰੇ ਤੋਂ ਦੂਰ ਹੋ ਗਈ। ਇਹਨਾਂ 20 ਸਾਲਾਂ ਵਿੱਚ ਮੈਂ 14 ਸਾਲ ਤੇਰੀਆਂ ਧੀਆਂ ਦੇ ਤੇਰਾ ਕੰਮ ਕੀਤਾ ਅਤੇ 6 ਸਾਲ ਤੇਰੇ ਇੱਜ਼ਤ ਲਈ, ਪਰ ਤੂੰ ਫਿਰ ਵੀ ਮੇਰੀ 10 ਵਾਰ ਮਿਹਨਤ ਬਦਲੀ। ਜੇਕਰ ਮੇਰੇ ਪੁਰਖਿਆਂ ਅਬਰਾਹਮ ਤੇ ਇਸਹਾਕ ਦਾ ਪਰਮੇਸ਼ਵਰ ਮੇਰੇ ਨਾਲ ਨਾ ਹੁੰਦਾ, ਤਾਂ ਤੂੰ ਅੱਜ ਤੱਕ ਕਦੋਂ ਦਾ ਮੈਨੂੰ ਖਾਲੀ ਹੱਥੀਂ ਵਾਪਸ ਕਰ ਦਿੱਤਾ ਹੁੰਦਾ। ਪਰਮੇਸ਼ਵਰ ਨੇ ਮੇਰੇ ਦੁੱਖ ਨੂੰ ਅਤੇ ਮੇਰੇ ਹੱਥਾਂ ਦੀ ਮਿਹਨਤ ਨੂੰ ਦੇਖਿਆ ਅਤੇ ਤੈਨੂੰ ਪਿਛਲੀ ਰਾਤ ਝਟਕਿਆ। ਆਮੇਨ। ਸੋ ਤੁਸੀਂ ਦੇਖੋ ਕਿ ਇਸ ਸਾਰੇ ਡਿਸਕੋਰਸ ਦੇ ਵਿੱਚ ਕਿੰਨੀਆਂ ਚੀਜ਼ਾਂ ਜਿਹਦੇ ਵਿੱਚ ਬਰਕਤ ਸਿਰਫ ਤੇ ਸਿਰਫ ਪ੍ਰਭੂ ਨੂੰ ਜਾਂਦੀ ਹੈ, ਪਰ ਇਹ ਸਾਰੇ ਡਿਸਕੋਰਸ ਦੇ ਵਿੱਚ ਇੱਕ ਸਰਾਪ ਵੀ ਹੈ, ਜਿਹੜਾ ਕਿ ਕਿਉਂਕਿ ਬਰਕਤ ਇਸ ਵੇਲੇ ਜਿਹੜੀ ਆ ਉਹ ਯਾਕੂਬ ਦੇ ਕੋਲ, ਸੋ ਉਹਦੇ ਮੂੰਹੋਂ ਨਿਕਲਿਆ ਹਰ ਜਿਹੜਾ ਸਰਾਪ ਤੇ ਹਰ ਬਰਕਤ ਜੇ ਉਹ ਕਿਸੇ ਨੂੰ ਦਿੰਦਾ ਤੇ ਉਹ ਸੁਣੀ ਜਾਂਦੀ। ਇਹ ਬਹੁਤ ਵੱਡੀ ਚੀਜ਼ ਹੈ, ਔਰ ਇਸ ਨੂੰ ਅੱਗੇ ਜਾ ਕੇ ਅਸੀਂ ਹੋਰ ਜਿਸ ਅਸੀਂ ਨਵੇਂ ਨਿਯਮ ਚ ਜਾਵਾਂਗੇ, ਇਸ ਨੂੰ ਹੋਰ ਅਸੀਂ ਚੰਗੀ ਤਰ੍ਹਾਂ ਖੋਲ ਕੇ ਦੇਖਾਂਗੇ। ਉਸਨੇ ਜਿਸਲੇ ਘਰ ਆਇਆ, ਲਾਬਾਨ ਆਇਆ, ਤੇ ਉਸਨੇ ਜਿਸਲੇ ਦੇਖਿਆ ਕਿ ਯਾਕੂਬ ਚਲਾ ਗਿਆ, ਉਹਦੇ ਊਂਠ ਵੀ ਹੈ ਨਹੀਂ, ਉਹਦੇ ਗਧੇ ਵੀ ਹੈ ਨਹੀਂ, ਉਹਦੀਆਂ ਭੇਡਾਂ ਦਾ ਜਿਹੜਾ ਵੱਡਾ ਇੱਜੜ ਆ ਚਲਾ ਗਿਆ। ਉਹ 3 ਦਿਨ ਉਹ ਤੋਂ ਹੈਡ, 3 ਦਿਨਾਂ ਬਾਅਦ ਲਾਬਾਨ ਨੂੰ ਪਤਾ ਲੱਗਾ। ਸੋ ਉਹ ਦਿਨ ਰਾਤ ਆਪਣਾ ਤੁਰਦਾ ਰਿਹਾ, ਕਾਫੀ ਦੂਰ ਨਿਕਲ ਗਿਆ ਕਿ ਉਹਨੂੰ 7 ਦਿਨ ਪਿੱਛਾ ਕਰਨਾ ਪਿਆ, ਔਰ 7ਵੇਂ ਦਿਨ ਦੇ ਵਿੱਚ ਰਸਤੇ ਦੇ ਵਿੱਚ ਪ੍ਰਭੂ ਨੇ ਉਸਨੂੰ ਕਿਹਾ, ਤੂੰ ਉਸਨੂੰ ਕੁਛ ਨਹੀਂ ਕਹਿਣਾ।
तू उसनूं कुछ नहीं कहना। क्यों नहीं उसनूं कुछ भी कहना? कि उसके नाल है, उसके नाल नहीं। अपने जितों उसनूं मारन दे लई वो आया है, उसका इज्जत वापस लैके जाण दे लई आया है, अपनी धीआं नूं तो खोह के बच्चों नूं वापस लैके उसनूं जाना। पर प्रभु ने रस्ते दे विच उसनूं रोक लिया। ਇੱਥੇ देखो किदां प्रभु साडी मदद करदा, किदां साडा मददगार है, निक्कियां निक्कियां चीजां दे विच किदां वो मददगार है। और अगे जाके असीं देखदे हां कि लबान उसनूं जिहड़ी चीज कह रिहा, प्रभु दे ओहदे हत्थ बन्ने होण, सिर्फ जबान चला सकदा। जिहड़े ओह नाल बंदे लैके आया वो अगे नहीं आए। और उसने कहा कि तू मैनू धोखा दिता, तू मेरियां पुत्रियां नूं बंदियां दे वांग क्यों लैके आया। यानी कहण दा कि मतलब कि तू इन्हां नूं धक्के दे नाल लैके आया। और असीं प्रभु दे वचन दे विच देखिआ कि उन्हां ने कहा कि साडे बाप ने साडे नाल बहुत बुरा बर्ताव कीता, उन्हें सानूं बेचिया, उन्हें सानूं बेचिया। क्योंकि जिहड़ी ब्राइड दी जिहड़ी रैंसम देनी हुंदी आ, जिहड़ी दुल्हन दे लई जिहड़ा मां बाप नूं दाज देना हुंदा, वो वखरी चीज आ, वो खुशी दी चीज आ। लेकिन इत्थे उहदे पति कोलों उन्हें 7 साल लेबर कराई और फिर उसनूं धोखा दिता। और 7 साल उसने फिर दूसरी बेटी दे लई उसको उहदे कोलों लेबर कराई। 6 साल उसने बताए जिहदे विच उसने अपना इज्जत त्याग कीता। 20 सालां बाद उत्थों वो वापस आ गया। 20 साल उसने हड रगड़े और प्रभु ने उसकी एक चीज नहीं रखी, उसने सब कुछ मोड़ दिता। हुण रस्ते च प्रभु राखा बन के नाल प्रोवाइडर असीं देखिआ कि उसने उसनूं प्रोवाइड कीता। इत्थे असीं उसका राखा देखदे पए कि राखा बन के प्रभु नाल चलिआ। वो तो पूरी फौज, साक संबंधियां दे पूरी फौज लैके चढ़िआ है ਉਹਦੇ ਉੱਤੇ, पर प्रभु ने उसनूं रस्ते दे विच रोक लिया। और उस अगे कह रहा कि तू मैनू अपनियां पुत्रियां मेरे दोहते दोहतियां तक नूं मैनू प्यार ना करन दिता। जे तू मैनू कहंदा ते मैं तैनूं बाजे गाजे दे नाल तोड़। इट्स ऑल लाइफ, सब झूठ है। मैं तेरा इस सब दे बदले नुकसान कर सकदा सां। आ हुण एक ने चीज सच्ची कही आ, पर रात दे वेले सुपने दे विच मैनू तेरे पुरखियां दे परमेश्वर ने रात दे वेले सुपने दे विच मैनू दर्शन दे के क्या, खबरदार याकूब ने कोई मंदा चंगा शब्द ना कहना। शब्दां तक रोक लाती, हथ चलाना दे एक पासे, शब्दां तक रोक लाती। पर हुण इक्को चीज कह सकदा, मैं जानदा हां कि तू घर जाना चाहुंदा है, पर तू मेरे बुत क्यों चुरा के लिआंदे हैं। और हुण जिहड़ी याकूब ने चीज कही है ना, ये खतरनाक, इसरा वो जानदा नहीं, पर इसरा इसनूं असीं जिद्दां अगे जाके इसनूं पूरा हुंदा देखां। क्योंकि असीं असीसां नूं ते सराफां नूं देखदे पए हां। असीं जिहड़ियां असीसां नोहा ने दित्तियां असीं उहनां नूं देखिआ कि किद्दां वो नोहा दे 3 पुत्रां दे कबीलिਆਂ ਦੇ ਵਿੱਚ पूरीਆਂ ਹੁੰਦੀਆਂ, सारियां असीसां पूरीਆਂ होईਆਂ। जो उसने असीसां शैम नूं दित्तियां वो पूरीਆਂ होईਆਂ, जो उसने याफत दे लई किया वो पूरा हुंदा असीं देखिआ। वो हमेशा ਜਿਹੜਾ याफत आ वो शैम दे तंबू दे विच ਗਿਆ। ਕਹਿਣ ਦਾ मतलब कि ਦੋਨਾਂ ਦੇ ਜਿਹੜੇ ਕਬੀਲੇ ਸੀ ਉਹ ਇੱਕ ਦੂਜੇ ਦੇ ਨਾਲ ਬਣ ਕੇ ਰਹੇ। ठीक, सो जिस वेले भी शैम नूं जरूरत हुंदी रही है तो याफत दे कबीले दे विचों किसी ना किसी ने उसकी मदद की है। और असीं गां भी देखना और असीं गां जाके नवें नियम च भी देखना और वो असीं अज भी देखते पए। अज दे दिन दे विच जे याफत दा कबीला उसकी हेल्प ना करदा होवे, इजराइल की हेल्प ना करदा होवे, तां उहनूं वो जिद्दां पॉपकार्न नहीं खाईदे ਜਿਹੜੇ ਆਲੇ ਦੁਆਲੇ 7 ਮੁਲਕ ਹਨ ਮੁਸਲਮਾਨਾਂ ਦੇ, ਉਸਨੂੰ ਇਜ਼ਰਾਈਲ ਨੂੰ ਪੌਪਕਾਰਨ ਨੂੰ ਖਾਣ ਰੱਖੋ। ਇਹ याफत ਦਾ ਕਬੀਲਾ ਹੈ, ਇਹ ਤੋਂ ਡਰਦੇ। ਸੋ ਇਹ ਅੱਜ ਤੱਕ ਉਹ
ਪੂਰੀ ਹੁੰਦੀ ਪਈ ਆ। ਸੋ ਹੁਣ ਅਸੀਂ ਇਸ ਲਈ ਇੱਥੇ ਪ੍ਰਭੂ ਦੇ ਵਚਨ ਦੇ ਵਿੱਚ ਆਉਣੇ ਪਏ ਆ, ਤਾਂ ਉਸਨੇ ਕਿਹਾ ਕਿ ਤੂੰ ਮੇਰੇ ਬੁੱਤ ਚੋਰੀ ਕਿਉਂ ਕੀਤੇ। ਉਸਨੇ ਕਿਹਾ ਕਿਉਂਕਿ ਮੈਂ ਡਰ ਗਿਆ ਸਾਂ, ਮੈਂ ਸੋਚਦਾ ਸੀ ਕਿ ਤੁਸੀਂ ਮੇਰੇ ਕੋਲ ਆਪਣੀਆਂ ਧੀਆਂ ਖੋਹ ਲਵੋਗੇ। ਪਰ 31ਵੀਂ ਆਇਤ ਨੂੰ ਅੰਡਰਲਾਈਨ ਕਰ ਲਓ। ਪਰ ਜਿਸ ਕਿਸੇ ਕੋਲੋਂ ਵੀ ਤੁਹਾਡੇ ਬੁੱਤ ਨਿਕਲਣ ਉਹ ਜਾਨੋਂ ਮਾਰ ਦਿੱਤਾ ਜਾਏ। ਇੱਥੇ ਆਪਣੇ ਸਾਖ ਸੰਬੰਧੀਆਂ ਦੇ ਸਾਹਮਣੇ ਦੱਸ, ਜੋ ਕੁਝ ਮੇਰੇ ਕੋਲ ਹੈ ਤੁਸੀਂ ਵਾਪਸ ਲੈ ਸਕਦੇ ਹੋ। ਯਾਕੂਬ ਨੂੰ ਇਹ ਪਤਾ ਨਹੀਂ ਸੀ ਕਿ ਰਖਾਲ ਨੇ ਬੁੱਤ ਚੋਰੀ ਕੀਤਾ। ਸੋ ਉਸਨੇ ਸਾਰਾ ਕੁਝ ਖੋਲਿਆ, ਲਿਆ ਦਾ ਤੰਬੂ ਖੋਲਿਆ, ਬੱਚਿਆਂ ਦੀਆਂ ਚੀਜ਼ਾਂ ਖੋਲੀਆਂ, ਸਾਰਾ ਕੁਝ ਖੋਲ ਖਾਲ ਕੇ ਕੁਛ ਨਹੀਂ ਮਿਲਿਆ, ਕਿ ਜਿਸ ਲਈ ਉਹ ਰਖੇਲ ਦੇ ਤੰਬੂ ਦੇ ਵਿੱਚ ਗਿਆ ਤੇ ਉਸਨੇ ਊਂਠ ਦੀ ਕਾਠੀ ਦੇ ਵਿੱਚ ਉਹ ਲੁਕੋਇਆ ਸੀ। ਔਰ ਹੁਣ ਉਹ ਝੂਠ ਬੋਲਦੀ ਪਈ ਔਰ ਉਹਦੇ ਉੱਤੇ ਬੈਠੀ ਔਰ ਆਪਣੇ ਬਾਪ ਨੂੰ ਕਹਿੰਦੀ ਪਈ ਆ ਕਿ ਮਾਫ ਕਰਨਾ, ਮੈਂ ਤੁਹਾਡੇ ਸਾਹਮਣੇ ਖੜੀ ਨਹੀਂ ਹੋਈ ਕਿਉਂਕਿ ਮੈਂ ਆਪਣੀ ਮੇਰੀ ਮਾਂ ਵੱਲ ਚੱਲਦੀ। ਉਸਨੇ ਝੂਠ ਬੋਲਿਆ। ਸੋ ਉਸਨੂੰ ਕੁਛ ਨਹੀਂ ਮਿਲਿਆ, ਪਰ ਉੱਥੇ ਸੀ। ਔਰ ਇਹ ਚੀਜ਼ ਪ੍ਰਭੂ ਪਸੰਦ ਨਹੀਂ ਕਰਦਾ, ਕਿਉਂਕਿ ਨੀਅਤ ਦੇ ਨਾਲ ਨੀਤੀ ਬੰਨੀ ਜਾਂਦੀ। ਜੇ ਲਿਆ ਦੇ ਨਾਲ ਯਾਕੂਬ ਨੇ ਤੇ ਰਾਖੇਲ ਨੇ ਪੱਖਪਾਤ ਕੀਤਾ ਤੇ ਪ੍ਰਭੂ ਨੇ ਲਿਆ ਨੂੰ ਬਰਕਤ ਤੋਂ ਬਾਅਦ ਬਰਕਤ ਦਿੱਤੀ। ਦੋ ਉਸਦੇ ਪੁੱਤਰ, ਲੇਵੀ ਦਾ ਕਬੀਲਾ ਤੇ ਯਹੂਦਾ ਦਾ ਕਬੀਲਾ, ਜਿਹੜੇ ਦੋ ਮੇਨ ਕਬੀਲੇ ਆ, ਉਸ ਦੀ ਮਾਂ ਜਿਹੜੀ ਬਣੀ ਹੈ ਉਹ ਲਿਆ ਬਣੀ। ਔਰ ਅਖੀਰ ਦੇ ਵਿੱਚ ਜਿਹੜਾ ਪੁੱਤਰ ਲਿਆ ਉਸਨੇ, ਉਹ ਮੰਗ ਕੇ ਲਿਆ ਉਤੋਂ। ਉਸਦਾ ਬੇਟਾ ਰਬੂਨ ਉੱਥੋਂ ਬੂਟੀ ਲੱਭ ਕੇ ਲਿਆਇਆ, ਜਿਸ ਨੂੰ ਉਸ ਇਲਾਕੇ ਦੇ ਵਿੱਚ ਕਿਹਾ ਜਾਂਦਾ ਸੀ ਕਿ ਇਸ ਦੇ ਨਾਲ ਬੱਚਾ ਪੈਦਾ ਹੁੰਦਾ, ਇਸ ਤਰ੍ਹਾਂ ਗਰਭਤਾ ਹੁੰਦਾ। ਐਵੇਂ ਵਿਸ਼ਵਾਸ ਸੀ ਲੋਕਾਂ ਦੇ, ਕਿਉਂਕਿ ਜੇ ਪ੍ਰਭੂ ਨੇ ਬਰਕਤ ਦੇਣੀ ਹੈ ਉਹ ਤਾਂ ਮਿੱਟੀ ਦੀ ਚੁਟਕੀ ਨੂੰ ਬਰਕਤ ਦੇ ਸਕਦਾ। ਠੀਕ। ਸੋ ਉਸਨੇ ਕਿਹਾ ਕਿ ਇਹਦੇ ਵਿੱਚੋਂ ਮੈਨੂੰ ਵੀ ਦੇ। ਤਾਂ ਉਸਨੇ ਕਿਹਾ ਕਿ ਨਹੀਂ, ਤੂੰ ਮੇਰੇ ਪਤੀ ਨੂੰ ਕੱਲੀ ਮੱਲ ਕੇ ਬੈਠੀ, ਹੁਣ ਮੈਂ ਤੈਨੂੰ ਇਹ ਕਿਉਂ ਦਵਾਂ। ਤਾਂ ਫਿਰ ਉਸਨੇ ਕਿਹਾ ਕਿ ਹਾਂ, ਤੂੰ ਉਸਨੂੰ ਇੱਕ ਰਾਤ ਦੇ ਲਈ ਮੈਂ ਇਹ ਕਹਿਨੀ ਆ ਕਿ ਉਹ ਤੇਰਾ ਆ। There's a big, ਇਹ ਜਿਹੜੀ ਚੀਜ਼ ਕਹਿਣੀ ਆ, ਇਹ ਉਸ ਮਿਡਲ ਈਸਟ ਕਲਚਰ ਦੇ ਵਿੱਚ ਬਹੁਤ ਵੱਡੀ, ਕਿਉਂਕਿ ਜਿਹੜੀ ਮੇਨ ਵਾਈਫ ਹੁੰਦੀ ਹੈ ਉਹ ਕਦੀ ਇਹ ਚੀਜ਼ ਨਹੀਂ ਕਹਿੰਦੀ। ਈਵਨ ਦੋ ਕਿ ਜਿਹੜਾ ਪਤੀ ਹੁੰਦਾ ਉਸਨੇ ਦੂਸਰੀਆਂ ਉਹਨਾਂ ਔਰਤਾਂ ਦੇ ਨਾਲ ਵੀ ਰਿਸ਼ਤਾ ਰੱਖਿਆ ਹੁੰਦਾ ਜਿਹੜੀਆਂ ਕਿ ਜਿਨ੍ਹਾਂ ਦੇ ਨਾਲ ਉਸਦੇ ਵਿਆਹ ਹੋਏ ਹੁੰਦੇ ਆ, ਪਰ ਜਿਹੜੀ ਮੇਨ ਹੁੰਦੀ ਉਹ ਕਦੀ ਨਹੀਂ ਇਹ ਚੀਜ਼ ਕਹਿੰਦੀ। ਸੋ ਉਹਨੂੰ ਇਹ ਚੀਜ਼ ਕਹਿਣੀ ਪਈ ਤੇ ਉਸਨੇ ਉਸਨੂੰ ਉਹ ਬੂਟੀ ਦਿੱਤੀ, ਜਿਸ ਦੇ ਕਾਰਨ ਤੇ ਪ੍ਰਭੂ ਨੇ ਉਸਦੀ ਸੁਣ ਲਈ ਕਿ ਲੈ ਹੁਣ ਤੂੰ ਮੰਗ ਕੇ ਲਿਆ, ਉਹ ਤੋਂ ਮੰਗ ਕੇ ਲਿਆ ਤੋਂ ਮੰਗ ਕੇ ਲਿਆ। ਤੇ ਯੂਸਫ ਉਸਦੇ ਘਰ ਗਿਆ। ਪ੍ਰਭੂ ਨੇ ਪੱਖਪਾਤ ਉਹਦੇ ਨਾਲ ਨਹੀਂ ਹੋਣ ਦਿੱਤਾ। ਪ੍ਰਭੂ ਨੇ ਪੱਖਪਾਤ ਯਾਕੂਬ ਦੇ ਨਾਲ ਵੀ ਨਹੀਂ ਹੋਣ ਦਿੱਤਾ। ਜੇ ਲਬਾਨ ਨੇ ਉਸਦੇ ਨਾਲ ਚਲਾਕੀਆਂ ਕੀਤੀਆਂ, ਪੱਖਪਾਤ ਕੀਤਾ, ਪ੍ਰਭੂ ਨੇ ਨਹੀਂ ਹੋਣ ਦਿੱਤਾ। ਪ੍ਰਭੂ ਨੇ ਲਬਾਨ ਤੋਂ ਜ਼ਿਆਦਾ ਅਮੀਰ ਬਣਾ ਕੇ ਉਸਨੂੰ ਉੱਥੋਂ ਕੱਢਿਆ, ਕਿੰਨੀ ਵੱਡੀ ਚੀਜ਼ ਹੋਏਗੀ ਕਿ ਪ੍ਰਭੂ ਨੇ ਉਸਨੂੰ ਇੰਨੀ ਬਰਕਤ ਦਿੱਤੀ ਕਿ ਖਾਲੀ ਆਇਆ ਸੀ ਔਰ ਉਸਨੇ ਆਪਣੀਆਂ ਭੇਡਾਂ ਦੀ ਉੱਨ ਵੇਚ ਕੇ ਊਂਠ, ਜਿੱਦਣ ਉਸਨੇ ਊਂਠ ਲਿਆ ਹੋਊਗਾ ਆਪਣਾ, ਮਤਲਬ ਇਹ ਊਂਠ ਮੇਰਾ ਆ, ਜਿੱਦਣ ਉਹ ਲੈ ਕੇ ਆਇਆ ਹੋਵੇਗਾ, ਖਰੀਦ ਕੇ ਲੈ ਕੇ ਆਇਆ ਹੋਵੇਗਾ। ਕਿੰਨੀ ਵੱਡੀ ਚੀਜ਼ ਹੋਏਗੀ, ਕਿੰਨੀ ਵੱਡੀ ਪ੍ਰਭੂ ਨੇ ਉਸਨੂੰ ਬਰਕਤ ਦਿੱਤੀ ਹੋਵੇਗੀ। ਉਸ
ਲੇਕਿਨ ਅਸੀਂ ਜੋ ਇੱਥੇ ਦੇਖਦੇ ਪਏ ਹਾਂ ਕਿ ਉਹ ਗੁੱਸੇ ਦੇ ਨਾਲ ਭੜਕ ਭੁੜਕ ਕੇ ਉਹ ਵਾਪਸ ਨੇ ਜਾਣਾ, ਲੇਕਿਨ ਉਸਨੇ ਫਿਰ ਉਸਨੂੰ ਸਾਰੀਆਂ ਚੀਜ਼ਾਂ ਦੱਸੀਆਂ ਕਿ ਦੱਸ ਮੇਰਾ ਅਪਰਾਧ ਕੀ ਹੈ। ਪ੍ਰਭੂ ਦੇ ਕਾਰਨ ਤੈਨੂੰ ਬਰਕਤ ਮਿਲੀ, ਪ੍ਰਭੂ ਨੇ ਤੈਨੂੰ ਬਰਕਤ ਦਿੱਤੀ ਮੇਰੇ ਕਾਰਨ, ਪ੍ਰਭੂ ਨੇ ਤੈਨੂੰ ਧਨਵਾਨ ਬਣਾਇਆ ਮੇਰੇ ਕਾਰਨ। ਮੈਂ ਤੇਰੀ ਮਿਹਨਤ ਦੇ ਨਾਲ ਮੈਂ ਤੇਰਾ ਕੰਮ ਕੀਤਾ, ਪੂਰੀ ਮਿਹਨਤ ਦੇ ਨਾਲ ਕੰਮ ਕੀਤਾ। ਤੂੰ 10 ਵਾਰੀ, ਘੱਟ ਤੋਂ ਘੱਟ 10 ਵਾਰੀ ਮੇਰੀ ਮਿਹਨਤ, ਪਰ ਮੇਰੇ ਪ੍ਰਭੂ ਨੇ ਅਖੀਰ ਦੇ ਵਿੱਚ ਜਿਹੜੀ ਬੜੀ ਪਿਆਰੀ ਚੀਜ਼ ਆਉਂਦੀ ਆ ਉਹ ਇਹ ਆਉਂਦੀ ਹੈਗੀ ਆ ਕਿ ਦੇਖੋ ਇੱਕ ਸਾਨੂੰ ਇੱਕ ਚੀਜ਼ ਵੀ ਹੋਰ ਵੀ ਹੈਗੀ ਆ ਕਿ ਪ੍ਰਭੂ ਚਾਹੁੰਦਾ ਕਿ ਅਸੀਂ ਮਿਹਨਤ ਕਰੀਏ। ਜਿਸ ਲਈ ਉਸਨੇ ਆਦਮ ਦਾ ਬਾਗ ਲਾਇਆ ਸੀ ਤੇ ਉਸਨੇ ਆਦਮ ਨੂੰ ਵੀ ਕਿਹਾ ਕਿ ਇਹਦੀ ਦੇਖ ਰੇਖ ਕਰ, ਇਹਦੀ ਹੁਣ ਦੇਖ ਰੇਖ ਤੂੰ ਕਰ। ਉਹ ਚਾਹੁੰਦਾ। ਔਰ ਇੱਥੇ ਉਸਨੇ ਜਿਹੜੀ ਚੀਜ਼ ਕਹੀ ਹੈ 40ਵੀਂ ਆਇਤ 'ਚ ਆ ਜਾਓ ਮੇਰੇ ਨਾਲ, ਉਸਨੇ ਕਿਹਾ ਮੈਂ ਦਿਨ ਦੀ ਤਪਦੀ ਗਰਮੀ ਦੇ ਵਿੱਚ ਅਤੇ ਰਾਤ ਦੇ ਠੰਡੇ ਪਾਲੇ ਦੀ ਪਰਵਾਹ ਤੱਕ ਨਾ ਕਰਦਿਆਂ ਹੋਇਆਂ ਤੇਰੀ ਸੇਵਾ ਕੀਤੀ। ਮੇਰੀਆਂ ਅੱਖਾਂ ਦੀ ਨੀਂਦ ਵੀ ਮੇਰੇ ਤੋਂ ਦੂਰ ਹੋ ਗਈ। ਇਹਨਾਂ 20 ਸਾਲਾਂ ਵਿੱਚ ਮੈਂ 14 ਸਾਲ ਤੇਰੀਆਂ ਧੀਆਂ ਦੇ ਲਈ ਕੰਮ ਕੀਤਾ ਅਤੇ 6 ਸਾਲ ਤੇਰੇ ਇੱਜੜ ਦੇ ਲਈ, ਪਰ ਤੂੰ ਮੇਰੀ 10 ਵਾਰੀ ਮਿਹਨਤ ਬਦਲੀ। ਜੇਕਰ ਮੇਰੇ ਪੁਰਖਿਆਂ ਦਾ ਅਬਰਾਹਮ ਇਜ਼ਹਾਕ ਦਾ ਪਰਮੇਸ਼ਰ ਮੇਰੇ ਨਾਲ ਨਾ ਹੁੰਦਾ, ਤੂੰ ਅੱਜ ਦਾ ਕਦੋਂ ਦਾ ਮੈਨੂੰ ਖਾਲੀ ਹੱਥ ਵਾਪਸ ਕਰ ਦਿੱਤਾ ਹੁੰਦਾ। ਪਰਮੇਸ਼ਰ ਨੇ ਮੇਰੇ ਦੁੱਖ ਨੂੰ ਅਤੇ ਮੇਰੇ ਹੱਥਾਂ ਦੀ ਮਿਹਨਤ ਨੂੰ ਦੇਖਿਆ ਅਤੇ ਉਸਨੇ ਤੈਨੂੰ ਪਿਛਲੀ ਰਾਤ ਝੜਕਿਆ। ਕਿੰਨਾ ਅਸੀਂ ਦੇਖੋ, ਕਿੰਨਾ ਅਸੀਂ ਪਰਮੇਸ਼ਰ ਦੀ ਨੂੰ ਆਪਣੇ ਲੋਕਾਂ ਦੇ ਨਾਲ ਕਿੰਨੀ ਨਜ਼ਦੀਕੀ ਦੇ ਨਾਲ ਚੱਲਦਾ ਦੇਖਦੇ। ਇਸ ਅਮੇਜ਼ਿੰਗ, ਇੱਥੋਂ ਪਤਾ ਲੱਗਦਾ ਕਿ ਉਹ ਜਿਉਂਦਾ ਪਰਮੇਸ਼ਰ। ਵੱਡੀਆਂ ਵੱਡੀਆਂ ਦੰਦ ਕਥਾਵਾਂ ਨਹੀਂ ਇੱਥੇ ਦਿੱਤੀਆਂ ਹੋਈਆਂ ਬਾਈਬਲ ਦੇ ਵਿੱਚ। ਬਾਈਬਲ ਦੇ ਵਿੱਚ ਸਾਨੂੰ ਇਹ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਪ੍ਰਭੂ ਇੱਕ ਪਾਪੀ ਇਨਸਾਨ ਦੇ ਨਾਲ ਵੀ ਕਦਮ ਬਾ ਕਦਮ ਤੁਰਦਾ। ਇਹ ਹੈ ਅਸਲੀ ਪ੍ਰਭੂ, ਇਹ ਹੈ ਅਸਲੀ ਪ੍ਰਭੂ ਜੋ ਜ਼ਿੰਦਗੀਆਂ ਦੇ ਨਾਲ ਚੱਲਦਾ, ਜ਼ਿੰਦਗੀਆਂ ਦੇ ਨਾਲ ਰਹਿੰਦਾ, ਜੋ ਉਸਦਾ ਦਿਨ ਰਾਤ ਬਚਾ ਕਰਦਾ ਪਿਆ, ਜੋ ਉਸਨੂੰ ਬਣਾ ਕੇ ਲੈ ਕੇ ਆਇਆ, ਜਿਸਨੇ ਉਸਨੂੰ ਬਰਕਤ ਤੋਂ ਬਾਅਦ ਬਰਕਤ ਦਿੱਤੀ। ਉਹੀ ਪ੍ਰਭੂ ਸਾਡਾ ਪ੍ਰਭੂ ਹੈ, ਉਹੀ ਸਾਡਾ ਪ੍ਰਭੂ ਪਰਮੇਸ਼ਵਰ, ਉਹੀ ਸਾਡੀ ਬਰਕਤ, ਸਾਡਾ ਪ੍ਰਭੂ ਆਪ। ਸਾਡੀ ਬਰਕਤ ਸਾਡਾ ਪ੍ਰਭੂ ਆਪ। ਸਾਡੀ ਜਿਹੜੀ ਅਸੀਸ ਆ ਸਾਨੂੰ ਮਿਲੀ, ਸਾਡੀ ਅਸੀਸ ਜਿਹੜੀ ਆ ਉਹ ਮੋਹਰ ਆ, ਔਰ ਉਹ ਮੋਹਰ ਪਵਿੱਤਰ ਆਤਮਾ ਦੇ ਰੂਪ ਦੇ ਵਿੱਚ ਸਾਡੇ ਉੱਤੇ ਲਾਈ ਗਈ। ਬਾਕੀ ਸਭ ਚੀਜ਼ਾਂ ਆਉਣੀਆਂ ਜਾਂਦੀਆਂ। ਉਹ ਇਸ ਜਰਨੀ ਦੇ ਵਿੱਚ, ਇਸ ਯਾਤਰਾ ਦੇ ਵਿੱਚ ਜੇ ਅਸੀਂ ਚੱਲ ਰਹੇ ਪਏ ਹਾਂ, ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਣੀਆਂ, ਬਹੁਤ ਸਾਰੀਆਂ ਜਾਣੀਆਂ ਇਸ ਦੇ ਵਿੱਚ। ਪਰ ਮੇਨ ਚੀਜ਼ ਇਹ ਆ ਕਿ ਸਾਡੇ ਪ੍ਰਭੂ ਸਾਡਿਆਂ ਮਨਾਂ ਨੂੰ ਹਲੀਨ ਕਰੇ, ਸਾਡੇ ਮਨਾਂ ਨੂੰ ਆਪਣੀ ਨਜ਼ਦੀਕੀ ਦੇ ਵਿੱਚ ਲੈ ਕੇ ਆਏ, ਸਾਨੂੰ ਬਦਲੇ। ਇਸ ਦੇ ਲਈ ਅਸੀਂ ਬੁਲਾਏ ਗਏ, ਇਸ ਦੇ ਲਈ ਅਸੀਂ ਚੁਣੇ ਗਏ, ਔਰ ਇਸ ਲਈ ਅਸੀਂ ਪੁਰਾਣੇ ਨਿਯਮ 'ਚ ਸਾਰੀਆਂ ਚੀਜ਼ਾਂ ਦੇਖਦੇ ਪਏ ਹਾਂ। ਤੇ ਇਹ ਸਾਨੂੰ ਇਸ ਚੀਜ਼ ਦੇ ਵਿੱਚ ਦੱਸਦੀਆਂ ਕਿ ਮੈਂ ਜਿਸ ਤਰ੍ਹਾਂ ਇਹਨਾਂ ਦੀ ਨਾਲ ਰਿਹਾ, ਇਸੇ ਤਰ੍ਹਾਂ ਮੈਂ ਤੇਰੇ ਨਾਲ। ਇਹ ਸਾਡੇ ਦਿਲ ਨੂੰ ਸਹਾਰਾ ਦਿੰਦੀ। ਬਾਕੀ ਹੁਣ ਅਸੀਂ ਕੱਲ ਨੂੰ ਤਾਂ ਨਹੀਂ, ਪਰਸੋਂ ਨੂੰ ਮਿਲਾਂਗੇ, ਔਰ ਪਰਸੋਂ ਨੂੰ ਅਸੀਂ ਇੱਕ ਸੰਧੀ ਦੇਖਾਂਗੇ। ਔਰ ਫਿਰ ਪ੍ਰਭੂ ਨੇ ਯਾਕੂਬ ਨੂੰ ਫਿਰ ਰਸਤੇ ਦੇ ਵਿੱਚ ਮਿਲਿਆ, ਤੇ ਉਹ ਵੀ ਚਲਾਕ ਆ, ਯਾਕੂਬ ਵੀ ਚਲਾਕ, ਧੋਖੇਬਾਜ਼। ਉਹਦਾ ਨਾਂ ਦਾ ਮਤਲਬ ਹੀ ਧੋਖੇਬਾਜ਼।
ਤੇ ਪ੍ਰਭੂ ਨੇ ਉੱਥੇ ਹੁਣ ਉਸਨੂੰ ਰਸਤੇ ਦੇ ਵਿੱਚ ਉਸਨੇ ਉਸਨੂੰ ਉਹ ਬਰਕਤ ਦੇਣੀ ਆ ਜਿਹੜੀ ਬਰਕਤ ਅੱਜ ਸਾਡੇ ਕੋਲ ਆਓ। ਪ੍ਰਭੂ ਜੀ ਤੇਰਾ ਸ਼ੁਕਰ ਕਰਦੇ ਹਾਂ ਇਸ ਸਮੇਂ ਦੇ ਲਈ, ਤੇਰੀ ਮਹਾਨਤਾ ਦੇ ਲਈ ਕਿ ਤੂੰ ਸਾਡਾ ਪਿਆਰਾ ਪਰਮੇਸ਼ਵਰ। ਸੱਚਮੁੱਚ ਪ੍ਰਭੂ ਜੀ ਜ਼ਿੰਦਗੀ ਇੱਕ ਯਾਤਰਾ ਜਿਸ ਦੇ ਵਿੱਚ ਪ੍ਰਭੂ ਜੀ ਅਗਰ ਸਾਥੀ ਤੇਰੇ ਵਰਗਾ ਹੋਵੇ, ਸਹਾਰਾ ਤੇਰੇ ਵਰਗਾ ਹੋਵੇ, ਮਾਲਕ ਤੇਰੇ ਵਰਗਾ ਹੋਵੇ ਤਾਂ ਪ੍ਰਭੂ ਜੀ ਇਸ ਯਾਤਰਾ ਦਾ ਆਨੰਦ ਹੋਰ ਵੱਧ ਜਾਂਦਾ। ਸੋ ਪਿਆਰੇ ਪ੍ਰਭੂ, ਇਸ ਵੇਲੇ ਮੈਂ ਆਪਣੇ ਆਪ ਨੂੰ ਔਰ ਆਪਣੇ ਭੈਣਾਂ ਭਰਾਵਾਂ ਨੂੰ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਤੰਦਰੁਸਤੀ ਦਾ ਦਾਨ ਮੈਂ ਆਪਣੇ ਲਈ ਵੀ ਔਰ ਆਪਣੇ ਭੈਣਾਂ ਭਰਾਵਾਂ ਦੇ ਲਈ, ਤੇਰੀ ਨਜ਼ਦੀਕੀ, तेरा रहम, आराम, शांति और प्रभु जी जो ये सब चीज़ां जो तेरे विच और तेरे तो मिलदियां और तेरियां अपनियां, प्रभु जी तू मेरे खानदान नूं भी दे और मेरे भैणां भरावां दे खानदान नूं भी दे। अपने बच्चों के लिए दुआ करते हैं प्रभु जी, इन्हां दे रस्तियां नूं सिद्धे कर, जिन्हां दे रस्ते विंगे हो गए उन्हां नूं वापस लेके आ। हुण तो लैके जद असीं दुबारा मिलीए, तेरी शांति, तेरा आराम, तेरा प्यार साडे सब दे नाल बने। और प्रभु जी तेरी नजदीकी दे विच और इसी तरह तेरी निगाहबानी दे विच असीं उस छोटे रास्ते ते चल रहे हैं। मसीह यीशु दे मिठे और प्यारे नाम दे विच सब कुछ मंगदे सारे भैण भरा कहण आमीन। ब्लेस यू। पास्टर जी इंडिया ਲਈ ਦੁਆ ਕਰਨੀ ਸੀ ਉਹ ਹੋ ਗਈ ਹੈ। हाँ, यस यस। अच्छा, जे दिल दे विच प्रभु पाउंदा उस हिंदुस्तान दे लई दुआ करो। 3-3 मील तक लोथां पईयां इंतजार करदियां पईयां ते कोई सानूं साड़ेगा या डुबेगा। इस 5-5 साल 3-3 साल दे बच्चे, माँ बाप दोनों मर गए। 18-18 साल 19 साल दे बच्चे ਜਿਹੜੇ ਆ ਉਹਨਾਂ ਦੀਆਂ ਲੋਥਾਂ ਨੂੰ ਲੈ ਕੇ ਤੁਰੇ ਫਿਰਦੇ। ਕੁੜੀਆਂ ਨੇ ਆਪਣੇ ਮਾਂ-ਬਾਪ ਦੀਆਂ ਲੋਥਾਂ ਨੂੰ ਚੁੱਕਿਆ। It is devastating। ਇੰਨਾ ਕਰੂਪ ਕਦੇ ਨਹੀਂ ਸੀ ਦੇਖਿਆ ਆਪਣੀ ਜ਼ਿੰਦਗੀ ਵਿੱਚ ਜੋ ਅਸੀਂ ਦੇਖਦੇ। ਸੋ ਜਿਹਦੇ ਦਿਲ ਦੇ ਵਿੱਚ ਪ੍ਰਭੂ ਪਾਉਂਦਾ, ਦੁਆ ਕਰੋ ਆਪਣੇ ਮੁਖ ਤੇ, ਪ੍ਰਭੂ ਮੋੜ ਲੈ ਕੇ ਆਏ, ਰਹਿਮ ਕਰੇ, ਦਇਆ ਕਰੇ, ਹੁਣ ਬਹੁਤ ਹੋ ਗਿਆ, ਰਹਿਮ ਕਰੇ। ਇਹ ਅਣਗਿਣਤ ਕੌਮਾਂ ਦੇ ਪਰਮੇਸ਼ਵਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ, ਜੋ ਤੂੰ ਪ੍ਰਭੂ ਜੀ ਬਲੈਸਿੰਗ ਸਾਨੂੰ ਬਖਸ਼ੀਆਂ ਹੈ ਪ੍ਰਭੂ ਯਿਸੂ। There are too many to count ਪ੍ਰਭੂ ਯਿਸੂ। ਪਿਤਾ ਪਰਮੇਸ਼ਵਰ, ਇਸ ਵੇਲੇ ਅਸੀਂ ਪ੍ਰਭੂ ਜੀ ਆਪਣੇ ਦੇਸ਼ ਨੂੰ, ਭਾਰਤ ਨੂੰ ਪ੍ਰਭੂ ਜੀ ਤੁਹਾਡੇ ਚਰਨਾਂ 'ਚ ਲੈ ਕੇ ਆਉਂਦੇ ਹਾਂ ਪ੍ਰਭੂ ਯਿਸੂ। ਪ੍ਰਭੂ ਜੀ ਸ਼ੁਕਰੀਆ ਕਰਦੇ ਹਾਂ ਕਿ ਅਸੀਂ ਤੈਨੂੰ ਜਾਣਦੇ ਹਾਂ, ਤੂੰ ਸਾਨੂੰ ਜਾਣਦਾ ਪ੍ਰਭੂ ਯਿਸੂ। ਪਰ ਬਹੁਤ ਸਾਡੇ ਭੈਣ ਭਰਾ ਆ ਪ੍ਰਭੂ ਯਿਸੂ ਜੋ ਤੈਨੂੰ ਹਜੇ ਤੱਕ ਨਹੀਂ ਜਾਣਦੇ ਪ੍ਰਭੂ ਯਿਸੂ। ਪ੍ਰਭੂ ਜੀ ਉਹਨਾਂ ਤੇ ਆਪਣੀ ਦਇਆ ਬਣਾ ਕੇ ਰੱਖ ਪ੍ਰਭੂ ਯਿਸੂ, ਉਹਨਾਂ ਤੇ ਦਇਆ ਕਰ ਪ੍ਰਭੂ ਯਿਸੂ। ਸ਼ੁਰੂ 'ਚ ਪ੍ਰਭੂ ਜੀ ਤੂੰ ਸਾਹ ਦੇ ਨਾਲ ਸਾਨੂੰ ਜ਼ਿੰਦਾ ਕੀਤਾ ਪ੍ਰਭੂ ਜੀ, ਉਹੀ ਸਾਹ ਦੇ ਲਈ ਉਹ ਤੜਫਦੇ ਆ ਪ੍ਰਭੂ ਯਿਸੂ। ਅਸੀਂ ਸਾਰੇ ਪ੍ਰਭੂ ਜੀ ਇਕੱਠੇ ਹੋ ਕੇ ਕੱਲੇ ਭੈਣ ਭਰਾ ਦੇ ਲਈ ਪ੍ਰਭੂ ਯਿਸੂ, ਬਿਕਾਜ਼ ਦੇ ਹੈਵ ਨੋਬਡੀ ਟੂ ਕਾਲ ਆਊਟ ਪ੍ਰਭੂ ਯਿਸੂ। ਸਾਡਾ ਤਾਂ ਤੂੰ ਪਰਮੇਸ਼ਵਰ ਹੈਗਾ ਪ੍ਰਭੂ ਜੀ, ਅਸੀਂ ਤਾਂ ਤੈਨੂੰ ਆਵਾਜ਼ ਦੇ ਸਕਦੇ ਹਾਂ ਪ੍ਰਭੂ ਜੀ। ਉਹਨਾਂ ਕੋਲ ਤਾਂ ਪ੍ਰਭੂ ਜੀ ਕਈਆਂ ਕੋਲ ਮੂਰਤੀਆਂ ਆ ਪ੍ਰਭੂ ਜੀ, ਜਿਨ੍ਹਾਂ ਦੇ ਕੰਨ ਵੀ ਹੈ ਨਹੀਂ ਪ੍ਰਭੂ ਜੀ ਸੁਣਨ ਲਈ। ਸੋ ਪ੍ਰਭੂ ਜੀ ਸਭ ਇਸ ਦੇਸ਼ ਨੂੰ ਤੁਹਾਡੇ ਹੱਥਾਂ 'ਚ ਦਿੰਦੇ ਆ ਪ੍ਰਭੂ ਯਿਸੂ। Pray this in your Jesus' name, amen। ਪਿਆਰੇ ਪ੍ਰਭੂ, ਸਾਡੇ ਕੋਲ ਤਾਂ ਸਭ ਕੁਝ ਹੈ ਇੱਥੇ, ਪਰ ਪ੍ਰਭੂ ਜੀ ਉਹਨਾਂ ਕੋਲ ਤਾਂ ਕੁਛ ਵੀ ਨਹੀਂ। ਆਕਸੀਜਨ ਵੀ। ਅਮੀਰ ਲੋਕ ਤਾਂ ਪ੍ਰਭੂ ਜੀ ਉੱਥੋਂ ਦੌੜ ਗਏ, ਪਰ ਗਰੀਬ ਪ੍ਰਭੂ ਜੀ, ਉਹ ਜੋ ਝੌਂਪੜੀਆਂ ਦੇ ਵਿੱਚ ਰਹਿੰਦੇ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਪ੍ਰਭੂ ਜੀ ਕਰ ਰਿਹਾ, ਪਿੰਡਾਂ ਦੇ ਵਿੱਚ ਜੋ ਮੌਤਾਂ ਹੋ ਰਹੀਆਂ ਪ੍ਰਭੂ ਜੀ, ਇਹਨਾਂ ਦਾ ਕੋਈ ਹਿਸਾਬ ਨਹੀਂ ਹੈ ਇਸ ਵੇਲੇ। ਖੁਦਾਵੰਦ ਤੇਰਾ ਰਹਿਮ, ਤੇਰੀ ਦਇਆ ਉਸ ਦੇਸ਼ ਦੇ ਉੱਤੇ ਹੋਵੇ।
दाऊद की गलती करके प्रभु जी जिस वेले इजराइल दे उत्ते समा भारा आया सी, खुदावंद उसने तेरे अगे रोना रोया सी, प्रभु हुण दया कर, हुण बस कर, हुण बस कर प्रभु, तू अपना हाथ रोक लिया सी, तू फरिश्ते दे हाथ नूं रोक दिता सी। इस वेले प्रभु जी गलतियां नहीं कि किहदियां गलतियां, पर यह जरूर साफ आ कि इस वेले दुख दे विच कौन है। सो खुदावंद इस वेले तेरी दया साडे देश दे उत्ते हो, जिथों असीं आए हां प्रभु जी रहम कर, दया कर दे, कोई रस्ता कढ़ दे प्रभु जी, जिस दे नाल खुदावंद वो बच्चे बच्चियां जो मरते पे, वो बच्चे बच्चियां जो अनाथ हुंदे पे, उन्हां दे उत्ते प्रभु जी तेरा रहम हो जाए, तेरा रहम हो जाए। इस वेले जिउंदे परमेश्वर तो अलावा उन्हां दा कोई सहारा नहीं, जिन्हां नूं प्रभु जी जपदे आ सिर्फ नाम, उन्हां दा निशान कोई नहीं। प्रभु जी तू जिउंदा परमेश्वर, असीं तां तेरे कोल आए, हत्थ फैला के प्रभु जी तेरे को दया दया दी भीख मंगदे, मसीह यीशु दे कारण, मसीह यीशु दे नाम दे कारण प्रभु जी तू दया कर, यीशु दे नाम च आमीन। Bless you प्रभु तुम सब नूं बरकत दे, तुहाडे सारिआं दी